होती कुचीलता किताबन कुरान की। कहते भलवान पाप ही प्रपक जाते धर्म सक जाते। बरन रख जाते सहत विधान की। देवी देव देह रे संतोख सिंह दूर होते। रीत मेट जाती कथा बेदन पुराण की। श्री गुरु गोबिंद सिंह पावन परम सूर। मूरत न होती जो पै करुणा निधान की। एक अंकार सतगुरु तेह प्रसाद सच होए। वाहिगुरु जी की फतेह। विघ्न विनाशन सोए। सुखो होटल गुर सेविय। अहनिस सहज सुभाए। दर्शन परसे आए गुरु कै। जन्म मरण दुख जाए। पंचन को मेल पेल देहो सतनाम लेहो। रचया को करे हो सिख संत समुदाय को। खाल सिख अंग संग जंग को तरो निशंग। भंग तुरकान तब हुजिए सहाय को। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत। धन गुरु गोबिंद सिंह महाराज जियां ने श्री आनंदपुर साहब की धरती ते बेअंत संगतां दा इकट्ठ कीता है। बेअंत संगतां दे इकट्ठ विचों पंजां ਸਿੰਘਾਂ ਦੀ चोण महाराज ने कीती है। पंजां प्यारिਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ महाराज ने नाल ਰਹਿਤ ਮਰਿਆਦਾ भी दसी है। फिर पंजां प्यारिਆਂ ਦੇ ਕੋਲੋਂ ਆਪ ਅੰਮ੍ਰਿਤ ਦੀ ਦਾਤ ਲਹੀ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਦਾਤ ਗੁਰੂ ਚੇਲੇ ਦੀ ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ ਉਸ ਵੇਲੇ ਪੰਜ ਪਿਆਰੇ ਸਹਿਬਾਨ ਨੇ ਅੰਮ੍ਰਿਤ ਦੇ ਕੇ ਨਾਮ ਰੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ। ਇਹ ਇਤਿਹਾਸ ਆਪਾਂ ਪਿੱਛੇ ਸਰਵਣ ਕਰਿਆ ਏ। ਅੱਗੇ ਮਹਾਰਾਜ ਜਿਵੇਂ ਕਿਰਪਾ ਕਰਦੇ ਹੋ ਇਤਿਹਾਸ ਨੂੰ ਅੱਗੇ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਪੰਚਨ ਕੋ ਮੇਲ ਪੇਲ ਦਿਓ ਸਤਨਾਮ ਲਿਓ। ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ। ਕਹਿਣ ਲੱਗੇ ਪੰਜਾਂ ਦੇ ਨਾਲ ਕਦੇ ਮੇਲ ਨਹੀਂ ਕਰਨਾ। ਪੰਜਾਂ ਦਾ ਮੇਲ ਹਟਾ ਦਿਓ। ਪੰਜ ਨੇ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ। ਤੇ ਪੰਜ ਨੇ ਜਿਨ੍ਹਾਂ ਦਾ ਬਚਨ ਮਹਾਰਾਜ ਨੇ ਕੀਤਾ ਹੈ। ਕੁੜੀ ਮਾਰ ਨੜੀ ਮਾਰ ਸਿਰ ਗੁੰਮ ਮੋਨੇ। ਇਹ ਵੀ ਇਤਿਹਾਸ ਵਿੱਚ ਆਪਾਂ ਪਿੱਛੇ ਬਚਨ ਸਰਵਣ ਕਰ ਲਏ ਨੇ। ਜਦੋਂ ਮਰਿਆਦਾ ਸਰਵਣ ਕੀਤੀ ਸੀ ਉਹਦੇ ਵਿੱਚ ਇਹ ਸਾਰੇ ਬਚਨ ਆ ਗਏ। ਹੁਣ ਵਾਰ-ਵਾਰ ਉਹੀ ਸਾਖੀਆਂ ਕਹਿਣ ਦੀ ਇੱਥੇ ਲੋੜ ਨਹੀਂ ਹੈ। ਸਤਿਗੁਰਾਂ ਨੇ ਆਖਿਆ ਪੰਜਾਂ ਦੇ ਨਾਲ ਮੇਲ ਨਹੀਂ ਕਰਨਾ ਅਤੇ ਸਦਾ ਵਾਸਤੇ ਹੀ ਸਤਨਾਮ ਵਾਹਿਗੁਰੂ ਦਾ ਨਾਮ ਜਪਤੇ ਰਹਿਣਾ। ਨਾਮ ਨੂੰ ਹਰ ਵੇਲੇ ਜਪਣਾ ਹੈ। ਰਚਿਆ ਕੋ ਕਰੇ ਹੋ ਸਿੱਖ ਸੰਤ ਸਮੁਦਾਇ ਕਾ। ਤੇ ਪਾਤਸ਼ਾਹ ਕਹਿਣਗੇ ਲੱਗੇ ਨੇ ਰਚਿਆ ਕੋ ਕਰੈ ਹੋ। ਮੈਂ ਤੁਹਾਡੀ ਰੱਖਿਆ ਕਰਾਂਗਾ ਪਰ ਰੱਖਿਆ ਉਹਦੀ ਹੋਵੇਗੀ ਜਿਹੜਾ ਬਚਨਾਂ ਤੇ ਪੂਰਾ ਹੋਵੇਗਾ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਹੋ ਮੈਂ ਸਰ। ਇਹ ਬਚਨ ਨੇ ਮਹਾਰਾਜ ਦੀਆਂ ਦੇ। ਜਿੰਨਾ ਚਿਰ ਤੇ ਮਰਿਆਦਾ ਵਿੱਚ ਕਾਇਮ ਰਹੋਗੇ ਚੜ੍ਹਦੀ ਕਲਾ ਵਿੱਚ ਰਹੋਗੇ
ਉਹਨਾਂ ਚਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਪੂਰਨ ਬਖਸ਼ਿਸ਼ਾਂ ਦੇ ਪਾਤਰ ਬਣੇ ਰਹੋਗੇ। ਸਤਿਗੁਰੂ ਵਾਲ ਨਹੀਂ ਵਿੰਗਾ ਹੋਣ ਦੇਣਗੇ। ਪਰ ਮਹਾਰਾਜ ਦੇ ਅੱਗੇ ਬਚਨ ਨੇ, ਜਬ ਇਹ ਗਹਿ ਵਿਪਰਨ ਕੀ ਰੀਤ, ਜਦੋਂ ਵਿਪਰਾਂ ਵਾਲੀ ਰੀਤੀ, ਬ੍ਰਾਹਮਣਾਂ ਵਾਲੀ ਰੀਤੀ ਕਰਮਕਾਂਡ ਵਿੱਚ ਪੈ ਗਏ, ਭਰਮ ਦੇ ਵਿੱਚ ਪੈ ਗਏ, ਮੈਂ ਨਾ ਕਰੋ ਇਨਕੀ ਪ੍ਰਤੀਤ, ਫਿਰ ਅਸੀਂ ਭਰੋਸਾ ਵੀ ਛੱਡ ਦਿਆਂਗੇ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਜਿੰਨਾ ਚਿਰ ਪੰਜਾਂ ਨਾਲ ਮੇਲ ਨਹੀਂ ਕਰਦੇ ਤੇ ਸਤਨਾਮ ਦਾ ਜਾਪ ਜਪਦੇ ਹੋ, ਅਸੀਂ ਤੁਹਾਡੀ ਰੱਖਿਆ ਕਰਾਂਗੇ। ਸਿੱਖ ਸੰਤ ਸਮੁਦਾਇ ਕੋ, ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਸੰਤ ਹੈ, ਉਹਦੀ ਰੱਖਿਆ ਹੋਵੇਗੀ ਸਾਡੇ ਵੱਲੋਂ। ਅਸੀਂ ਉਹਦਾ ਵਾਲ ਨਹੀਂ ਵਿੰਗਾ ਹੋਣ ਦੇਵਾਂਗੇ। ਤੇ ਮਹਾਰਾਜ ਜੀਆਂ ਦਾ ਬਚਨ ਵੀ ਨਾ, ਸੰਤੋਂ ਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦਾ ਮੁੱਢ ਪੱਟਣ ਵਾਸਤੇ ਤੇ ਸੰਤਾਂ ਦੀ ਜੈ ਜੈਕਾਰ ਕਰਾਉਣ ਵਾਸਤੇ ਅਸੀਂ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੈ ਸੁਖੀ। ਮਹਾਰਾਜ ਕਹਿਣ ਲੱਗੇ ਜਿਹੜੇ ਸਾਧੂ ਨੇ, ਜਦੋਂ ਉਹਨਾਂ ਨੂੰ ਕੋਈ ਸੁੱਖ ਦੇਵੇਗਾ ਤੇ ਅਸੀਂ ਉਹ 'ਤੇ ਖੁਸ਼ ਹੋ ਜਾਵਾਂਗੇ। ਜੇ ਕੋਈ ਸਾਧੂਆਂ ਨੂੰ ਦੁੱਖ ਦੇਵੇਗਾ ਤੇ ਅਸੀਂ ਉਹ 'ਤੇ ਕ੍ਰੁੱਧਤ ਹੋ ਜਾਵਾਂਗੇ, ਨਾਰਾਜ਼ ਹੋ ਜਾਵਾਂਗੇ। ਇਸ ਕਰਕੇ ਸਿੱਖ ਸੰਤ ਦੀ ਅਸੀਂ ਹਰ ਵੇਲੇ ਸਹਾਇਤਾ ਕਰਾਂਗੇ। ਖਾਲਸੇ ਕੇ ਅੰਗ ਸੰਗ ਜੰਗ ਕੋ ਧਰੋ ਨਿਸ਼ੰਗ। ਅਸੀਂ ਆਪਣੇ ਖਾਲਸੇ ਦੇ ਸਦਾ ਅੰਗ ਸੰਗ ਹਾਂ। ਜਿੱਥੇ ਸਾਡਾ ਖਾਲਸਾ ਹੋਵੇਗਾ ਨਾ, ਬਾਣੀ ਪੜ੍ਹਨ ਵਾਲਾ ਸਿੱਖ ਹੋਵੇਗਾ ਨਾ, ਬਾਣੇ ਵਿੱਚ ਰਹਿਣ ਵਾਲਾ ਸਿੱਖ ਹੋਵੇਗਾ ਨਾ, ਮੈਂ ਸਦਾ ਹੀ ਉਹਦੇ ਅੰਗ ਸੰਗ ਹਾਂ। ਇਹ ਬਚਨ ਇੱਥੇ ਵੀ ਕੀਤੇ ਨੇ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ। ਤੇ ਜਦੋਂ ਮਹਾਰਾਜ ਜੀਆਂ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਆਪਣਾ ਸਰੀਰ ਛੱਡਿਆ ਨਾ, ਖਾਲਸੇ ਨੂੰ ਸਾਰੀ ਮਰਿਆਦਾ ਸਮਝਾ ਕੇ ਮਹਾਰਾਜ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਤੇ ਸੰਗਤ ਦਾ ਬੜਾ ਪ੍ਰੇਮ ਹੈ ਗੁਰੂ ਪਾਤਸ਼ਾਹ ਦੇ ਨਾਲ। ਸਤਿਗੁਰਾਂ ਦੇ ਸੱਚਖੰਡ ਜਾਣ ਤੋਂ ਮਗਰੋਂ ਸੰਗਤਾਂ ਬੜਾ ਵੈਰਾਗ ਕਰਦੀਆਂ। ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਸੱਚਖੰਡ ਜਾਣ ਤੋਂ ਮਗਰੋਂ ਇੱਕ ਰਤਨਦਾਸ ਨਾਮ ਦਾ ਸੰਤ ਸੀ, ਸਾਧੂ, ਜੰਗਲ ਵਿੱਚ ਰਹਿਣ ਵਾਲਾ। ਉਹਨੂੰ ਮਹਾਰਾਜ ਨੇ ਦਰਸ਼ਨ ਦੇ ਕੇ ਆਖਿਆ ਸੀ, ਕਹਿਣ ਲੱਗੇ ਜਾਓ ਸਾਡਿਆਂ ਸਿੱਖਾਂ ਨੂੰ ਜਾ ਕੇ ਬਚਨ ਕਹਿ ਦਿਓ ਕਿ ਸੰਗਤਾਂ ਤੇ ਸਿੱਖ ਬੈਰਾਗ ਨਾ ਕਰਨ, ਅਸੀਂ ਸਦਾ ਹੀ ਖਾਲਸੇ ਦੇ ਅੰਗ ਸੰਗ ਹਾਂ। ਜਦੋਂ ਵੀ ਸਾਡਾ ਖਾਲਸਾ ਅਰਦਾਸ ਕਰੇਗਾ ਅਸੀਂ ਉਹਨਾਂ ਦੀ ਮਦਦ ਵਾਸਤੇ ਉਸ ਵੇਲੇ ਤਿਆਰ ਰਵਾਂਗੇ। ਤੇ ਗੁਰਮੁਖੋ ਇਹ ਇਕੱਲੇ ਬਚਨ ਕੀਤੇ ਨਹੀਂ। ਪੂਨਾ ਨਾਮ ਦਾ ਇੱਕ ਸ਼ਹਿਰ ਹੈ, ਪੂਨਾ 17 ਜਿਸ ਨੂੰ ਕਿਹਾ ਜਾਂਦਾ, ਬੰਬੇ ਦੇ ਨੇੜੇ। ਉੱਥੇ 2 ਰਾਜੇ ਜਿਹੜੇ ਸਨ ਉਹ ਗ੍ਰਿਫਤਾਰ ਕਰਕੇ ਰੱਖੇ ਸਨ। ਨਾਮ ਹੈ ਬਾਲਾ ਰਾਓ, ਰੁਸਤਮ ਰਾਓ। ਇਹਨਾਂ ਰਾਜਿਆਂ ਨੇ ਜਦੋਂ ਮਹਾਰਾਜ ਦੀ ਮਹਿਮਾ ਸੁਣੀ ਤੇ ਇਹਨਾਂ ਨੇ ਫਿਰ ਪਾਤਸ਼ਾਹ ਜੀਆਂ ਦੀ ਉਸ ਵੇਲੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਦੇ ਵਿੱਚ। ਇਹਨਾਂ 2 ਰਾਜਿਆਂ ਨੇ ਕਿ ਮਹਾਰਾਜ ਜੀ ਕਿਰਪਾ ਕਰੋ, ਆਪ ਜੀ ਸਦਾ ਅੰਗ ਸੰਗ ਹੋ ਤੇ ਸਾਨੂੰ ਇਸ ਜੇਲ੍ਹ ਵਿੱਚੋਂ ਕੱਢੋ। ਇਤਿਹਾਸ ਦਾ ਬਚਨ ਆਉਂਦਾ ਵੀ ਮਹਾਰਾਜ ਨੂੰ ਉਸ ਵੇਲੇ ਸੱਚਖੰਡ ਗਿਆ ਨੂੰ 30 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸੀ ਮਹਾਰਾਜ ਨੂੰ ਸੱਚਖੰਡ ਗਏ ਹੋਏ। ਪਰ ਪਾਤਸ਼ਾਹ ਨੇ ਉਹਨਾਂ ਦੀ ਫਰਿਆਦ ਸੁਣ ਕੇ ਉਹਨਾਂ ਨੂੰ ਉਸ ਪੂਨੇ ਦੀ ਜੇਲ੍ਹ ਵਿੱਚੋਂ ਕੱਢ ਕੇ, ਜਿੱਥੇ ਅੱਜ ਗੁਰਦੁਆਰਾ ਮਨਵਾੜ ਸਾਹਿਬ ਬਣਿਆ ਹੋਇਆ, ਇੱਥੇ ਲਿਆ ਕੇ ਉਹਨਾਂ ਦੀ ਬੰਦ ਖਲਾਸੀ ਕੀਤੀ। ਉਹਨਾਂ ਰਾਜਿਆਂ ਨੂੰ ਵੀ ਇਹ ਗੱਲ ਕਹੀ ਕਿ ਜਾ ਕੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਸਾਡੀ ਸੰਗਤ ਨੂੰ ਸੁਨੇਹਾ ਦੇ ਦਿਓ, ਅਸੀਂ ਅੱਜ ਵੀ ਉਹਨਾਂ ਦੇ ਅੰਗ ਸੰਗ ਹਾਂ। ਇੱਥੇ ਵੀ ਬਚਨ ਆ ਗਿਆ। ਮਹਾਰਾਜ ਕਹਿਣ ਲੱਗੇ ਖਾਲਸੇ ਕੋ ਅੰਗ ਸੰਗ, ਮੈਂ ਸਦਾ ਖਾਲਸੇ ਦੇ ਅੰਗ ਸੰਗ ਹਾਂ, ਸਦਾ ਹੀ ਖਾਲਸੇ ਦੇ ਕੋਲ ਹਾਂ। ਤੇ ਬਚਨ ਆ ਗਿਆ ਜੰਗ ਕੋ ਧਰੋ ਨਿਸੰਗ। ਜਦੋਂ ਜੰਗ ਕਰਨਾ ਉਦੋਂ ਕਿਸੇ ਦੀ ਪਰਵਾਹ ਨਹੀਂ ਕਰਨੀ ਹੈ। ਜੰਗ ਕਰਨਾ ਤੇ ਉਦੋਂ ਇਹ ਨਹੀਂ ਵੇਖਣਾ ਵੀ ਸਾਡੇ ਮਗਰ ਕੌਣ ਆਵੇਗਾ ਕਿ ਨਹੀਂ ਕੋਈ ਹੋਵੇਗਾ। ਅਸੀਂ ਆਪਣੇ ਖਾਲਸੇ ਦੇ ਹਰ ਵੇਲੇ ਕੋਲ ਹਾਂ। ਨਿਸ਼ੰਕ ਹੋ ਕੇ, ਡਰ ਤੋਂ ਰਹਿਤ ਹੋ ਕੇ ਜੰਗ ਮੈਦਾਨ ਦੇ ਵਿੱਚ ਜੂਝਣਾ ਹੈ। ਭੰਗ ਤੁਰਕਾਨ ਤਬ ਹੂਜੀਏ ਸਹਾਇਕ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਪੰਥ ਨੂੰ ਦੁੱਖ ਦੇਣ ਵਾਲੇ ਨੇ, ਜਿਹੜੇ ਗਰੀਬ ਗੁਰਬੇ ਦੀ ਹੱਤਿਆ ਕਰਨ ਵਾਲੇ ਨੇ, ਉਹਨਾਂ ਦੇ ਅੰਗ ਸਾਡੇ ਖਾਲਸੇ ਨੇ ਤੋੜਨੇ ਨੇ। ਤੇ ਪਾਤਸ਼ਾਹ ਕਹਿਣ ਲੱਗੇ ਉਦੋਂ ਅਸੀਂ ਤੁਹਾਡੀ ਸਹਾਇਤਾ ਬਿਲਕੁਲ ਆ ਕੇ ਕਰਾਂਗੇ। ਜਿਹੜਾ ਪਾਪੀ ਹੈ, ਪਾਪ ਕਰਨ ਵਾਲਾ, ਗਊ ਗਰੀਬ ਨੂੰ ਮਾਰਨ ਵਾਲਾ, ਜਾਂ ਇਸ ਵੇਲੇ ਮੁਗਲਾਂ ਦਾ ਰਾਜ ਹੈ, ਮੁਗਲ ਦੁੱਖ ਦਿੰਦੇ ਪਏ, ਜਿਹੜਾ ਇਹਨਾਂ ਮੁਗਲਾਂ ਦੇ ਨਾਲ ਜੰਗ ਕਰੇਗਾ, ਪਾਤਸ਼ਾਹ ਕਹਿਣ ਲੱਗੇ ਅਸੀਂ ਉਸ ਦੇ ਨਾਲ ਹਾਂ।
ਤੇ ਹਮੇਸ਼ਾ ਹੀ ਆਪਣੇ ਖਾਲਸੇ ਦੀ ਮਦਦ ਕਰਾਂਗੇ। ਸਦਾ ਅਸਕੇਤ ਕੋ ਵਿਸਾਲ ਧਰੋ ਹਿਤ ਕੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਦਾ ਹੀ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਨਾ। ਅਸ ਨਾਮ ਸ੍ਰੀ ਸਾਹਿਬ ਦਾ ਤੇ ਕੇਤ ਨਾਮ ਗੁਰਮੁਖੋ ਨਿਸ਼ਾਨ ਦਾ ਹੈ। ਸ੍ਰੀ ਅਸਕੇਤ ਆਪਾਂ ਚੌਪੀ ਸਾਹਿਬ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ। ਸ੍ਰੀ ਅਸ ਧੋਜਾ ਭੈ ਦਿਆਲਾ, ਸ੍ਰੀ ਅਸਕੇਤ ਇਹ ਵੀ ਬਚਨ ਆਉਂਦਾ। ਇਹਦਾ ਭਾਵ ਇਹ ਹੁੰਦਾ ਵੀ ਸ੍ਰੀ ਸਾਹਿਬ ਦਾ ਜਿਹੜਾ ਨਿਸ਼ਾਨ ਹੈ ਨਾ ਉਹ ਪਰਮਾਤਮਾ ਧਾਰਨ ਕਰਦਾ, ਵੀ ਸ੍ਰੀ ਸਾਹਿਬ ਪਹਿਨਦਾ ਹੈ। ਪਰਮਾਤਮਾ ਨੂੰ ਸ਼ਸਤਰਧਾਰੀ ਲਿਖਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ। ਸਤਿਗੁਰੂ ਕਹਿਣ ਲੱਗੇ ਸਾਡੇ ਖਾਲਸੇ ਨੂੰ ਬਚਨ ਇਹ ਹੈ ਕਿ ਸਦਾ ਵਾਸਤੇ ਪਰਮਾਤਮਾ ਦੇ ਉੱਪਰ ਭਰੋਸਾ ਰੱਖਣਾ ਹੈ। ਸੋ ਮਹਾਰਾਜ ਬਚਨ ਕਰਦੇ ਸਦਾ ਅਸਕੇਤ ਕੋ ਵਿਸਾਲ ਧਰੋ ਹੇਤ ਕੋ। ਬਹੁਤਾ ਪ੍ਰੇਮ ਪਰਮਾਤਮਾ ਦੇ ਨਾਲ ਰੱਖਣਾ। ਜੇ ਕਿਤੇ ਵੀ ਲੋੜ ਹੈ, ਕਿਤੇ ਵੀ ਮੰਗ ਹੈ, ਕਿਤੇ ਵੀ ਜ਼ਰੂਰਤ ਹੈ, ਪਰਮਾਤਮਾ ਦੇ ਕੋਲੋਂ ਮੰਗਣਾ। ਪਰਮਾਤਮਾ ਨੂੰ ਛੱਡ ਕੇ ਕਿਸੇ ਕੋਲੋਂ ਨਹੀਂ ਮੰਗਣਾ। ਤੁਧ ਨੂੰ ਛੋੜ ਪ੍ਰਭ ਜਾਈਐ ਕਹਿ ਧਰ, ਆਨ ਨਾ ਬੀਆ ਤੇਰੀ ਸਮ। ਸਾਰੇ ਬਚਨ ਮਹਾਰਾਜ ਦੀਆਂ। ਔਰ ਗੁਰੂ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਮੰਗਾਂਗੇ ਗੁਰੂ ਨੂੰ ਚੰਗਾ ਨਹੀਂ ਲੱਗੇਗਾ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸੁਲਤਾਨਪੁਰ ਦੀ ਧਰਤੀ 'ਤੇ ਹੱਟ ਕਰਿਆ ਕਰਦੇ ਤੇ ਮਹਾਰਾਜ ਜੀਆਂ ਦਾ ਸਾਥੀ ਭਾਈ ਮਰਦਾਨਾ ਜਿਹੜਾ ਉਮਰ ਦੇ ਵਿੱਚ ਸਤਿਗੁਰਾਂ ਦੇ ਨਾਲੋਂ ਕਈ ਸਾਲ ਵੱਡਾ, ਇਹਨੇ ਆਪਣੇ ਘਰ ਦੇ ਵਿੱਚ ਆਪਣੀ ਧੀ ਦਾ ਵਿਆਹ ਰੱਖਿਆ। ਵਿਆਹ ਵਾਸਤੇ ਬੜੀ ਸਮੱਗਰੀ ਚਾਹੀਦੀ ਹੈ, ਬੜੀਆਂ ਵਸਤੂਆਂ ਚਾਹੀਦੀਆਂ, ਮਾਇਆ ਦੀ ਵੀ ਲੋੜ ਹੈ। ਇਸ ਨੇ ਸਾਰਿਆਂ ਤੋਂ ਪਹਿਲਾਂ ਸ਼ਰਨ ਤੱਕੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਤੇ ਸਤਿਗੁਰਾਂ ਦੇ ਕੋਲ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਆ ਗਿਆ। ਨਮਸਕਾਰ ਕੀਤੀ ਹੈ, ਮਹਾਰਾਜ ਨੂੰ ਬੇਨਤੀ ਕੀਤੀ, ਕਹਿਣ ਲੱਗਾ ਸਤਿਗੁਰੂ ਮੈਂ ਪੁੱਤਰੀ ਦਾ ਵਿਆਹ ਰੱਖਿਆ, ਆਪ ਜੀ ਕਿਰਪਾ ਕਰਕੇ ਮੈਂ ਤੁਹਾਡੇ ਘਰ ਦਾ ਮਰਾਸੀ ਹਾਂ, ਮੈਨੂੰ ਕੁਝ ਧਨ ਦੌਲਤ ਦਿਓ, ਕੁਝ ਸਹਾਇਤਾ ਕਰੋ, ਮੈਂ ਵਿਆਹ ਕਰ ਸਕਾਂ। ਇਤਿਹਾਸ ਵਿੱਚ ਬਚਨ ਆਉਂਦਾ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਸਾਨੂੰ ਕਾਗਜ਼ ਦੇ ਉੱਪਰ ਲਿਖਾ ਦੇ ਔਰ ਨਿਸ਼ੰਕ ਹੋ ਕੇ ਸ਼ੰਕਾ ਨਹੀਂ ਕਰਨਾ ਜਾਂ ਸੰਕੋਚ ਨਹੀਂ ਕਰਨਾ, ਖੁੱਲ੍ਹੇ ਇਰਾਦੇ ਦੇ ਨਾਲ ਜਿਹੜਾ ਸਮਾਨ ਚਾਹੀਦਾ ਉਹ ਲਿਖਵਾ ਦੇ। ਅਤੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਸਾਰਾ ਸਮਾਨ ਲਿਖਵਾਇਆ। ਖਾਣ ਪੀਣ ਦੀਆਂ ਇਹ ਵਸਤੂਆਂ ਚਾਹੀਦੀਆਂ। ਉਹ ਮਹਾਰਾਜ ਜੀਆਂ ਨੇ ਉਸ ਵੇਲੇ ਭਾਈ ਭਗੀਰਥ ਨਾਮ ਦਾ ਇੱਕ ਸਿੱਖ ਹੈ, ਮਲਸੀਆਂ ਦੇ ਰਹਿਣ ਵਾਲਾ, ਉਹਨੂੰ ਭੇਜਿਆ। ਕਹਿਣ ਲੱਗੇ ਜਾਓ ਜਾ ਕੇ ਭਾਈ ਆ ਸਮਾਨ ਲਿਆ ਕੇ ਦਿਓ। ਜਦੋਂ ਸਾਰਾ ਸਮਾਨ ਲਿਆ ਦਿੱਤਾ ਮਹਾਰਾਜ ਨੇ ਆਖਿਆ ਭਾਈ ਮਰਦਾਨਿਆ ਜੋ ਕੁਝ ਤੂੰ ਮੰਗਿਆ ਉਹਦੇ ਤੋਂ ਵੱਧ ਲਿਆ ਕੇ ਦਿੱਤਾ ਅਤੇ ਜਿੰਨੀ ਮਾਇਆ ਚਾਹੀਦੀ ਹੈ ਉਹ ਵੀ ਦੱਸ ਅਸੀਂ ਤੈਨੂੰ ਦੇ ਦਿੰਦੇ। ਪਰ ਇੱਕ ਬਚਨ ਨੂੰ ਬਿਲਕੁਲ ਵਾਸਤੇ ਧਿਆਨ ਰੱਖਣਾ ਕਿ ਕਿਸੇ ਦੇ ਘਰੋਂ ਮੰਗਣ ਵਾਸਤੇ ਨਹੀਂ ਜਾਣਾ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਆਖੇ ਕਿਸੇ ਦੇ ਕੋਲੋਂ ਮੰਗਣ ਵਾਸਤੇ ਨਹੀਂ ਜਾਣਾ। ਦੁਨੀਆ ਦੇ ਲੋਕ ਇਹ ਨਾ ਕਹਿਣ ਵੀ ਇਹ ਗੁਰੂ ਨਾਨਕ ਦੇ ਘਰ ਦਾ ਮਰਾਸੀ ਹੈ ਅਤੇ ਮੰਗਦਾ ਦੂਜਿਆਂ ਦੇ ਘਰਾਂ ਵਿੱਚ ਜਾ ਕੇ ਪਿਆ। ਕਿਸੇ ਦੇ ਘਰੋਂ ਮੰਗਣਾ ਨਹੀਂ। ਜੇ ਫਿਰ ਵੀ ਕਿਸੇ ਚੀਜ਼ ਦੀ ਲੋੜ ਪੈ ਜਾਵੇ ਤੇ ਤੂੰ ਸਿੱਧਾ ਸਾਡੇ ਕੋਲ ਆਉਣਾ, ਜੋ ਮੰਗੇਗਾ ਉਹ ਤੈਨੂੰ ਬਹੁਤੇ ਤੋਂ ਬਹੁਤਾ ਮਿਲੇਗਾ। ਪਰ ਇਹ ਬਚਨ ਨਹੀਂ ਹੋਣਾ ਚਾਹੀਦਾ ਵੀ ਸਾਡੇ ਕੋਲੋਂ ਮੰਗੇ ਤੇ ਦੂਜੇ ਕੋਲੋਂ ਵੀ ਮੰਗੇ। ਇਹ ਸਾਨੂੰ ਬਚਨ ਭਾਵੇਗਾ ਨਹੀਂ। ਕੋਈ ਇਹ ਨਾ ਕਵੇ ਵੀ ਗੁਰੂ ਨਾਨਕ ਦੇ ਘਰ ਦਾ ਜਾਂ ਇਹ ਮਹਿਤਾ ਜੀ ਦੇ ਘਰ ਦਾ ਮਰਾਸੀ ਦੂਜਿਆਂ ਘਰਾਂ ਵਿੱਚੋਂ ਮੰਗਦਾ ਪਿਆ, ਸਾਨੂੰ ਇਹ ਬਚਨ ਚੰਗਾ ਨਹੀਂ ਲੱਗੇਗਾ। ਅਤੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਨਹੀਂ, ਮੈਂ ਜਦੋਂ ਵੀ ਮੰਗਾਂਗਾ ਤੁਹਾਡੇ ਕੋਲੋਂ ਹੀ ਮੰਗਾਂਗਾ। ਇਹ ਸਾਖੀ ਹੈ, ਇਤਿਹਾਸ ਦੇ ਵਿੱਚ ਇਹ ਬਚਨ ਆ ਗਿਆ। ਸੋ ਗੁਰਮੁਖੋ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਬਚਨ ਕੀਤਾ ਜਿਹਨੇ ਮੰਗਣੀ ਸਾਡੇ ਕੋਲੋਂ ਮੰਗੇ ਆ ਕੇ। ਆਪਣੇ ਨਾਲ ਦੇ ਸਾਥੀ ਨੂੰ ਵੀ ਆਖਿਆ ਸਾਨੂੰ ਛੱਡ ਕੇ ਕਿਤੇ ਹੋਰ ਮੰਗੇਗਾ ਸਾਨੂੰ ਚੰਗਾ ਨਹੀਂ ਲੱਗੇਗਾ। ਅਤੇ ਗੁਰਮੁਖੋ ਅੱਜ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਛੱਡ ਕੇ ਹੋਰਾਂ ਪਾਸੋਂ ਜਾ ਕੇ ਦੂਜੇ ਪਾਸੋਂ ਮੰਗੀਏ ਨਿਤ ਲਾਜ ਮਰਾਈਏ। ਬਾਣੀ ਦਾ ਬਚਨ ਆਉਂਦਾ ਨਾ, ਗੁਰੂ ਨੂੰ ਛੱਡ ਕੇ ਹੋਰ ਪਾਸਿਓਂ ਮੰਗਾਂਗੇ ਤੇ ਸ਼ਰਮ ਨਾਲ ਹੀ ਮਰ ਜਾਵਾਂਗੇ। ਦੁਨੀਆ ਕੀ ਕਵੇਗੀ। ਇਹ ਗੁਰੂ ਕਾ ਸਿੱਖ ਹੋ ਕੇ ਮੜੀਆਂ ਤੇ ਦੀਵਾ ਲੈ ਕੇ ਤੁਰਿਆ ਫਿਰਦਾ। ਇਹ ਗੁਰੂ ਕਾ ਸਿੱਖ ਹੋ ਕੇ ਗੁੱਗਿਆਂ ਨੂੰ ਤੇ ਰੁੱਖਾਂ ਨੂੰ ਪੂਜਦਾ ਪਿਆ, ਜੰਡਾਂ ਦੀ ਪੂਜਾ ਕਰਦਾ। ਨਹੀਂ, ਸ਼ਰਮ ਨਾਲ ਹੀ ਮਰ ਜਾਵਾਂਗੇ। ਸ਼ਰਮ ਦਾ ਘਾਟਾ ਹੋ ਜਾਵੇਗਾ ਜੇ ਇਹ ਕਰਮ ਕਰਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਸ੍ਰੀ ਅਸਕੇਤ ਕੋ ਵਿਸਾਲ ਧਰੋ ਹੇਤ ਕੋ। ਪਰਮਾਤਮਾ ਦੇ ਉੱਪਰ ਭਰੋਸਾ ਰੱਖਣਾ। ਜਦੋਂ ਵੀ ਮੰਗਣੀ ਪਰਮਾਤਮਾ ਕੋਲੋਂ ਮੰਗਣੀ ਹੈ। ਪਰਮਾਤਮਾ ਨੂੰ ਛੱਡ ਕੇ
होर किसे कोलों कोई चीज़ मंगनी नहीं है। अभ्यास नित आयुध समूह रिप काए ते को। सतगुरां ने अगला वचन कीता, कहन लगे शास्त्र दा हमेशा अभ्यास करते रहना। तुहाडी तलवार म्यान दे विचों 24 घंटिਆਂ विचों एक वारी बाहर जरूर निकले ते उस तलवार दे नाल आपस विच अभ्यास करना। शास्त्र विद्या दा अभ्यास नहीं कदे भी छड्डना, क्योंकि जदों जंग पै जावेगी ना, जंग दे मैदान दे विच सिੱਖੀ होई विद्या ही तुहाडे काम आवेगी। ते जे तुसीं उत्थे कह दिओ भी मैनूं तो चलाउणा ही नहीं आउंदा शस्त्र, ते फिर तुसीं की कर सकदे हो। धन 10वें पातशाह महाराज जदों सचखंड नूं जाण लगे ना, ते पातशाह जियां ने आपां इतिहास विच बचन सरवण कीते कि महाराज ने अपने सचखंड जाण तो पहलां ही लंगर जिहड़ा सी ओह शुरू कराया और गुरबाणी दा कीर्तन भी शुरू करवा दिता। ते सतगुरां ने आखिया, भाई हमेशा चढ़दी कला विच रहना, मर्यादा विच रहना है, असीं सदा ही तुहाडे अंग संग। जदों ये बचन करके महाराज संगत दे कोल दी अगे लंघे ना, जिहड़ा तंबू तणिया होया सी, जिहदे विच चिखा तैयार कीती होई है, अंगीठा तैयार कीता होया। सतगुरु जदों संगत कोलों लंघ के अगे चले गए, अंगीठे दे विच जाण लगे। गुरमुखो, जिवें एक माँ एक बाप अपने पुत्र नूं प्यार करदा, स्नेह करदा ते प्यार आ जांदा है, सतगुरु संगत दे विचों दी अगे लंघ गए। फिर जाके प्यार आया सतगुरां नूं अपने खालसे दे उपर। महाराज ने अपने नीले घोड़े नूं रोकिया, पिछे नूं मुड़ के देखिया, कहन लगे, खालसा जी जांदी वार दा बचन पल्ले बन लो। बचन ये है, एक ते अमृत वेला नहीं छड्डना, अमृत वेले नूं कदे सौ के नहीं बतीत करना, पहला बचन ये है। ते दूजा बचन ये है कि शस्त्र विद्या का अभ्यास नहीं कदे छड्डना। ये दो बचन अपनी जिंदगी विच कदे ना छड्डिओ। दुनिया की कोई भी कौम तुहाडे ते राज नहीं कर सकेगी, बल्कि तुसी दुनिया ते राज करोगे। ये बचन जांदी वार दा धन गुरु गोबिंद सिंह महाराज ने अपने खालसे नूं आखिया। बचन की है, एक ते अमृत वेले उठना ते दूजा शस्त्रां दा अभ्यास करना। ते गुरमुखो, हुण अपने अंदर आपां झात मारीए, असीं इन्हां दोवां बचनां विच ही फेल हो गए। अमृत वेला साडे कोल रह नहीं गया ते शस्त्र नूं असीं पसंद नहीं करदे, सगों साडे कई प्रचारक हुज्जतां करदे, मखौल करदे। वेखो जी, अज तो टैंकां दा युग है, जहाज़ां दा, मजाइलां दा युग है। अज किरपान नूं कौन पुछदा है, सगों मखौल करके होर हीन भावना लियांदी जांदी है। विके होए बंदियां दीयां निशानियां, भावें किड्डा वड्डा टैंक है, किड्डी वड्डी तोप है, किड्डा वड्डा जहाज़ है, किड्डा भी मार करन वाला है, पर टैंक ते तोप काम उदों ही करेगी जदों उन्हां कोल विच पाउण वाला गोला होवेगा। गोले बिना टैंक भी किसी काम दा नहीं, तोप भी किसी काम दी नहीं। पर श्री साहब दे विच पाउण वास्ते ना गोला चाहिदा, ना उत्थे बंब चाहिदा। श्री साहब वास्ते बस हाथी चाहिदा, जिधर नूं चलावेगा चल पवेगी। महंगे तो महंगी बंदूक पिस्टल जिहड़ा उहदे वास्ते गोली चाहिदी है, गोली पवेगी तो चलेगा, नहीं तो कुछ नहीं, कख भी नहीं हत्थ विच फड़िया होया। पर श्री साहब वास्ते गोली गोले की लोड़ नहीं, तेरे हत्थां विच हिम्मत चाहिदी है, जिधर नूं तुरेगा दुनिया राह देवेगी। शस्त्र है चढ़दी कला का प्रतीत, पर साडे कुछ धर्म के अखौती जिहड़े प्रचारक विद्वान बने वो हीन भावना लैके आ रहे, इहो जिहियां शोशियां थोथियां गल्लां करके। श्री साहब क्यों पाउणी, इहदा भाव की है? असीं गुरु नालों सियाणे नहीं कि गुरु साहब दे टाइम ते तोपां नहीं सन हैगियां, कि गुरु साहब दे टाइम ते पिस्तौल नहीं सन हैगे, कि गुरु साहब दे टाइम ते बंदूकां नहीं सन हैगियां। सारा कुछ ही सी। उस वेले तोपां भी सन, उस वेले पिस्टल ते बंदूकां भी सन, पर महाराज ने अमृतधारी सिख नूं उत्थे श्री साहब ही पुआई है, नहीं आख्या तू पिस्तौल गल विच पा ला। श्री साहब दा कदे वसा नहीं खाना, इहदे तो छुट होर जिन्ने मर्जी शस्त्र पहन ला। पर अज असीं गुरु दा इतिहास भुल जांदे आ, फिर असीं मखौल कर लग पैंदे अपने आप नूं बहुता सियाणा कहाउण वास्ते, जां विक जाईदा। जदों जमीर विक जांदे उदों ऐसियां कुछ ही गल्लां मनुख करदा है। महाराज कहन लगे, अभ्यास नित आजुद समूह रे पकाए को, शस्त्रां दा अभ्यास रोज़ करना है। दुश्मन किन्नी गिनती में चढ़ के आ गया, कदे गिनती में नहीं पैना, दलेरी रख के दुश्मन का मुकाबला करना है।
ਅਸੀਂ ਉਸ ਸਿੱਖ ਦੇ ਸਦਾ ਹੀ ਅੰਗ ਸੰਗ ਰਹਾਂਗੇ। सारे जग नायक को रहत बताए कर। ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਨੇ ਸਾਰੇ ਜਗਤ ਦੇ ਮਾਲਕ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪੂਰੀ ਰਹਿਤ ਮਰਿਆਦਾ ਮਹਾਰਾਜ ਨੇ ਆਪਣੇ ਖਾਲਸੇ ਨੂੰ ਦੱਸੀ ਹੈ। ਗੁਰਮੁਖੋ ਪਿੱਛੇ ਆਪਾਂ ਰਹਿਤਨਾਮੇ ਜਿਹੜੇ ਨੇ ਉਹ ਸਰਵਣ ਕੀਤੇ। ਇਸੇ ਤਰ੍ਹਾਂ ਤਨਖਾਹਨਾਮਾ ਭਾਈ ਨੰਦ ਲਾਲ ਜੀ ਹੋਰ ਵੀ ਗ੍ਰੰਥਾਂ ਦੀ ਜਿਹੜੀ ਮਰਿਆਦਾ ਲਿਖੀ ਹੈ ਨਾ ਸਿੱਖ ਧਰਮ ਦੀ, ਉਹ ਸਾਰੀ ਆਪਾਂ ਪਿਛਲੇ ਦੀਵਾਨਾਂ ਤੋਂ ਸਰਵਣ ਕੀਤੀ ਹੈ। ਆਰੇ ਉਸ ਕਥਾ ਨੂੰ ਨੈੱਟ ਦੇ ਉੱਪਰ ਚੈਨਲ ਦੇ ਉੱਪਰ ਵੀ ਪਾਇਆ ਹੋਇਆ। ਆਪ ਜੀ ਜਦੋਂ ਮਰਜ਼ੀ ਕੱਢ ਕੇ ਪਿਛਲੀ ਕਥਾ, ਕੋਈ ਰਹਿਤਨਾਮਾ ਸੁਣਨਾ, ਕੋਈ ਤਨਖਾਹਨਾਮਾ ਸੁਣਨਾ, ਕੋਈ ਮਰਿਆਦਾ ਸੁਣਨੀ, ਜਦੋਂ ਮਰਜ਼ੀ ਸੁਣ ਸਕਦੇ। ਸਦਾ ਵਾਸਤੇ ਅਸੀਂ ਉਹ ਗਹਿਣਾ ਆਪਣੇ ਕੋਲ ਬਣਾ ਕੇ ਰੱਖਿਆ। ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਰਹਿਤ ਬਹਿਤ ਬਤਾਈ ਹੈ। ਅਤੇ ਕੋ ਬੁਲਾਏ ਕਰ ਆਨੰਦ ਉਪਾਏ ਕੋ। ਮਹਾਰਾਜ ਜੀਆਂ ਨੇ ਫਿਰ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਆਖਿਆ, ਸਾਰੇ ਜਾਣੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਖਾਲਸੇ ਦੇ ਨਾਲ ਮਹਾਰਾਜ ਨੇ ਫਤਿਹ ਸਾਂਝੀ ਕੀਤੀ ਹੈ। ਗੁਰੂ ਤੇਜ ਰਾਸ ਅਰਦਾਸ ਕੋ ਕਰਾਏ ਕਰ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਕਹਿ ਕੇ ਖਾਲਸੇ ਦੇ ਕੋਲੋਂ ਅਰਦਾਸ ਕਰਵਾਈ ਹੈ। ਅਰਦਾਸ ਕਰੋ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ। ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਇੱਥੋਂ ਬਚਨ ਸ਼ੁਰੂ ਕਰਕੇ ਤੇ ਫਿਰ ਅਰਦਾਸ ਕਰਵਾਈ ਮਹਾਰਾਜ ਜੀਆਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ। ਤੁਸੀਂ ਅੱਜ ਤੋਂ ਖਾਲਸਾ ਹੋ, ਅੱਜ ਤੋਂ ਅਕਾਲ ਪੁਰਖ ਦੇ ਪੁੱਤਰ ਬਣੇ ਹੋ, ਅਰਦਾਸ ਕਰੋ। ਇਸ ਤਰ੍ਹਾਂ ਅਰਦਾਸ ਕਰਵਾਉਂਦੇ ਹਨ। ਸੀਸ ਕੋ ਨਿਵਾਏ ਆਏ ਬੈਠੇ ਹੈ ਪ੍ਰਿਯੰਕ ਪਰ। ਜਦੋਂ ਅਰਦਾਸ ਹੋਈ ਫਿਰ ਸਾਰਿਆਂ ਨੇ ਆਪਣਾ ਸੀਸ ਝੁਕਾਇਆ। ਅੱਜ ਵੀ ਆਪਾਂ ਅਰਦਾਸ ਵਿੱਚ ਸ਼ਾਮਲ ਹੁੰਦੇ ਨਾ, ਤੇ ਅਰਦਾਸ ਤੋਂ ਮਗਰੋਂ ਫਿਰ ਮੱਥਾ ਟੇਕੀਦਾ। ਸਤਿਗੁਰਾਂ ਦੇ ਸਾਹਮਣੇ ਅਰਦਾਸ ਹੋਈ ਹੈ। ਪੰਜਾਂ ਪਿਆਰਿਆਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਕੇ ਅਰਦਾਸ ਤੋਂ ਮਗਰੋਂ ਫਿਰ ਸੀਸ ਝੁਕਾਇਆ। ਫਿਰ ਜਿਹੜਾ ਪਲੰਘਾ ਸੀ ਨਾ ਕੇਸਗੜ੍ਹ ਸਾਹਿਬ ਦੇ ਬਾਰ-ਬਾਰ ਜਿੱਥੇ ਮਹਾਰਾਜ ਬੈਠੇ ਸਨ, ਉਸ ਪਲੰਘੇ ਤੇ ਆ ਕੇ ਬੈਠੇ ਹਨ। ਰਹਿਤ ਬਤਾਏ ਪੁਨ ਧਰੋ ਸਦਾ ਸਿੰਘ ਮਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਰਹਿਤ ਦੱਸੀ ਹੈ। ਰਹਿਤ ਦੇ ਵਿੱਚ ਇਹ ਬਚਨ ਕੀਤਾ, ਸਦਾ ਸ਼ੇਰ ਵਰਗਾ ਮਨ ਰੱਖਣਾ, ਦਲੇਰ ਰਹਿਣਾ, ਨਿਡਰ ਰਹਿਣਾ ਹੈ। ਕਿਸੇ ਦਾ ਡਰ ਨਹੀਂ ਮੰਨਣਾ, ਕਿਸੇ ਦਾ ਖੌਫ ਨਹੀਂ ਰੱਖਣਾ, ਸ਼ੇਰ ਦੇ ਵਾਂਗ ਰਹਿਣਾ। ਸ਼ੇਰ ਸੁਤੰਤਰ ਵਿਚਰਦਾ ਜੰਗਲ ਦੇ ਵਿੱਚ। ਸ਼ੇਰ ਕਿਸੇ ਦੇ ਅਧੀਨ ਨਹੀਂ ਹੈ, ਸ਼ੇਰ ਨੂੰ ਕਿਸੇ ਦਾ ਭੈ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਅੱਜ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਤੁਹਾਡਾ ਜੀਵਨ ਸ਼ੇਰ ਵਰਗਾ ਹੈ। ਨਿਡਰ ਰਹਿਣਾ, ਕਿਸੇ ਦੇ ਅਧੀਨ ਨਹੀਂ ਰਹਿਣਾ, ਕਿਸੇ ਦੀ ਕਾਣ ਕਨੌੜ ਨੂੰ ਨਹੀਂ ਮੰਨਣਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਬੇਜ਼ਵਾਸੋਂ ਰਮਨ ਨ ਕੀਜੈ ਕਵ ਸ਼ੰਕ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਦੇ ਵੀ ਆਪਣੇ ਜੀਵਨ ਦੇ ਵਿੱਚ ਵਕਾਰੀ ਨਹੀਂ ਬਣਨਾ ਹੈ, ਕਦੇ ਵਕਾਰ ਨਹੀਂ ਭੋਗਣੇ, ਜਤ ਸਤ ਦਾ ਪਹਿਰਾ ਰੱਖਣਾ ਹੈ। ਸੋ ਇਹ ਮਹਾਰਾਜ ਨੇ ਬਚਨ ਸਮਝਾਏ। ਕਹਿਣ ਲੱਗੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਇਹ ਬਚਨ ਮਹਾਰਾਜ ਨੇ ਰਹਿਤਨਾਮਿਆਂ ਦੇ ਅਤੇ ਹੋਰ ਗੁਰਸਿੱਖਾਂ ਦੀ ਬਾਣੀ ਵਿੱਚੋਂ ਦ੍ਰਿੜ ਕਰਵਾਏ। ਇੱਥੇ ਪਾਤਸ਼ਾਹ ਕਹਿਣ ਲੱਗੇ, ਹਮੇਸ਼ਾ ਹੀ ਵਕਾਰ ਤੋਂ ਬਚ ਕੇ ਰਹਿਣਾ, ਜਤ ਸਤ ਦੇ ਵਿੱਚ ਰਹਿਣਾ। ਸੋ ਇਹ ਬਚਨ ਮਹਾਰਾਜ ਜੀਆਂ ਨੇ ਸਮਝਾਏ ਨੇ। ਤੇ ਕਹਿਣ ਲੱਗੇ, ਸ਼ੰਕੇ ਨੂੰ ਕਦੇ ਨਹੀਂ ਰੱਖਣਾ, ਸਗੋਂ ਮਨ ਵਿੱਚ ਡਰ ਰੱਖਣਾ ਹੈ ਕਿ ਸਾਨੂੰ ਪਰਮੇਸ਼ਰ ਵੇਖਦਾ ਪਿਆ ਹੈ। ਜਦੋਂ ਵੀ ਕੋਈ ਕੰਮ ਕਰਨਾ ਹੈ, ਭਾਵਨਾ ਇਹ ਰੱਖਣੀ ਹੈ ਕਿ ਮੈਨੂੰ ਪਰਮਾਤਮਾ ਵੇਖਦਾ ਪਿਆ ਹੈ। ਜਦੋਂ ਪਰਮਾਤਮਾ ਵੇਖਦਾ ਜਾਣੇਗਾ, ਤੇਰੇ ਕੋਲੋਂ ਪਾਪ ਨਹੀਂ ਹੋਵੇਗਾ। ਆਪਾਂ ਇੱਕ ਸਾਖੀ ਸਰਵਣ ਕਰਦੇ ਨੇ। ਇੱਕ ਮਹਾਤਮਾ ਦੇ ਕੋਲ ਦੋ ਚੇਲੇ ਆ ਗਏ ਸਨ। ਦੋਨੇ ਹੀ ਕਹਿਣ ਲੱਗ ਪਏ ਵੀ ਸਾਨੂੰ ਆਪਣੀ ਸੇਵਾ ਵਿੱਚ ਰੱਖ ਲਵੋ। ਮਹਾਤਮਾ ਕਹਿੰਦੇ, ਚੇਲਾ ਤੇ ਇੱਕ ਹੀ ਰੱਖਣਾ। ਤੁਸੀਂ ਦੋ ਜਾਣੇ ਆ ਗਏ ਹੋ, ਦੋਨਾਂ ਨੂੰ ਇੱਕ ਇੱਕ ਕਬੂਤਰ ਦੇ ਦਿੱਤਾ। ਜਿਹੜਾ ਕਬੂਤਰ ਨੂੰ ਪਹਿਲਾਂ ਮਾਰ ਕੇ ਲਿਆਵੇਗਾ, ਚੇਲਾ ਉਹਨੂੰ ਰੱਖਾਂਗੇ। ਪਰ ਇੱਕ ਬਚਨ ਦਾ ਧਿਆਨ ਰੱਖਿਓ, ਜਿੱਥੇ ਕਬੂਤਰ ਨੂੰ ਮਾਰਨਾ ਉੱਥੇ ਵੇਂਦਾ ਕੋਈ ਨਾ ਹੋਵੇ, ਵੇਖਦਾ ਨਾ ਕੋਈ ਹੋਵੇ, ਮਾਰ ਕੇ ਲੈ ਆਓ। ਜਿਹੜਾ ਲਾਲਚੀ ਸੀ ਨਾ, ਉਹ ਮਾੜਾ ਜਿਹਾ ਕੰਧ ਦੇ ਉਹਲੇ ਹੋਇਆ ਤੇ ਉਹਨੇ ਕਬੂਤਰ ਦੀ ਧੌਣ ਮਰੋੜੀ ਤੇ ਆ ਗਿਆ। ਲਓ ਜੀ, ਮੈਂ ਪਹਿਲਾਂ ਆ ਗਿਆ, ਮੈਨੂੰ ਚੇਲਾ ਭਰਤੀ ਕਰੋ। ਮਹਾਤਮਾ ਕਹਿਣ ਲੱਗੇ, ਕੋਈ ਗੱਲ ਨਹੀਂ, ਦੂਜੇ ਨੂੰ ਵੀ ਆ ਲੈਂਦੇ। ਦੂਜਾ ਕਈਆਂ ਜਗ੍ਹਾ ਤੇ ਗਿਆ, ਕਦੇ ਕੋਈ ਵੇਖਦਾ, ਕਦੇ ਕੋਈ ਵੇਖਦਾ। ਪਸ਼ੂ ਵੇਖਦੇ ਪਏ, ਪੰਛੀ ਵੇਖਦੇ ਪਏ, ਬਨਸਪਤੀ ਵੇਖਦੀ ਪਈ ਹੈ। ਕਦੇ ਮਨ ਵਿੱਚ ਆਵੇ ਵੀ ਇਹ ਕਬੂਤਰ ਮੈਨੂੰ ਵੇਖਦਾ, ਕਦੇ ਆਵੇ ਮੈਂ ਕਬੂਤਰ ਨੂੰ ਵੇਖਦਾ। ਬੜੇ ਸਵਾਲ ਆਏ। ਫਿਰ ਮਨ ਵਿੱਚ ਇਹ ਗੱਲ ਆਈ
परमात्मा तो वेखदा पिया ना। महात्मा का बचन सी भी जिथे कोई ना वेखे, ਇਹੋ जी जगह कोई नहीं जिथे वेखे कोई ना। परमात्मा तो वेखदा सारिया जगह ते। सद सुनदा सद वेखदा, क्यों मुकर पिया जाए। परमात्मा वेखदा भी पिया, सुनदा पिया भी पिया, उहदे कोलों मुकरिया नहीं जाना। वापस आ गया। महात्मा ने पूछया भी तू खाली हथी आ गया, कबूतर नहीं मार के लिया। तो चेले ने आख्या, कहन लगा महापुरखो कित्थे मारदा, कोई जगह है ही नहीं जिथे परमात्मा नहीं हो, तो सारिया थावां ते वेखदा। तुहाडा बचन ये सी भी जिथे वेखदा कोई ना होवे। ये बचन सुन के बड़े खुश होए। चेला अपना उन्होंने ही रखिया जिहड़ा जिउंदा कबूतर लैके, जिन्हें ये वेखिया भी परमात्मा वेखदा। सतगुरु पातशाह इत्थे बचन करदे पए, कहन लगे जदों भी कोई काम करना है ये रखना चित्त दे चेते विच भी मैनू परमात्मा वेखदा। पहले ने चित्त दे चेते विच ये गल नहीं रखी है, तो उन्हें पाप कर लग्या झट लाया, मिंटो मिंटी कबूतर मारिया, पाप ही कीता ना। पर पाप होया तां भी मैनू कोई नहीं वेखदा। दूजा पाप तो तां बचिया, उहदे मन विच ये गल आ गई भी कोई नहीं वेखदा, परमात्मा ते वेखदा पिया, मैं जीव हत्या करांगा। ते ਉਹ ਇਹ ਗੱਲ ਦਾ डर रख के मन ਵਿੱਚ पाप तो बच गया। सतगुरु इत्थे बचन करते पै, कहन लगे जदों तेरे मन दे विच कोई माड़ी भावना आ जाए, कोई माड़ा विचार आ जाए, कोई टेढ़ा ख्याल आ जाए, उदों ये गल चेते रखनी मैनू परमात्मा वेखदा है। मैं की मूँह विखावांगा जाके जे मैं आ कर्म करांगा। जदों इस तरह जानेगा फिर तू पाप करन तो बच जाएगा। जदों ये समझेगा नर अचेत पाप ते डर रहे। ये बचन ने महाराज दे पाप करन तो डर। इत्थे बचन महाराज समझाउंदे हन। सुच सो रहन उठ प्रात मैं स्नानो तन। सतगुरु पातशाह कहन लगे सुचमताई रखनी हमेशा। सुचमताई जरूरी है। अज साइंस का युग है ना, तो साइंस का युग भी तो यह गल कहता है ना भी इशनान करके रखना, हथ अपने धो के रखना। गुरु भी इहो ही बचन समझाउंदा, सोचा सोच ना होवई, जे सोची लखवार, चुपै चुप ना होवई, जे लाए रहा लिवतार। गुरु ने बचन ये समझाया भी सुचमताई रखनी है। शरीर का इशनान, केसां का इशनान, प्रशादा छकन वेले हत्थां नूं मांजना, धोना, साफ करना। तो साइंस भी ये गल ही कहती है भी प्रशादा छकन तो पहला हाथ धोवो, हथ साफ रख, तो इशनान कर साबन नाल, किसी भी वस्तु के नाल तेरे तन के बैक्टीरिया जिहड़े माड़े तत्त ने वो खत्म हो जान, तेरा शरीर नरोया रहे। भावें असीं साइंस की गल मन लईए, भावें गुरु की मन लईए। महाराज कहन लगे सोच सो रहन, सदा सुचमताई रखनी है। अपने कपड़ियां की भी, अपने तन की भी, और अपने भोजन की भी। भोजन दे विच भी झूठ नहीं वरतनी है। सुचा भोजन, साफ भोजन, साफ भांडे वे छकना। आ जिहड़ियां बीमारियां लगदियां पईयां ना, असीं किसी भी डॉक्टर कोल चले जाओ, उहदे कोल लैना ही लगियां होईयां। पता नहीं किन्नी कु दुनिया, वड्डे वड्डे हॉस्पिटल भरे होए, पर बहुतियां दी बीमारी झूठ नाल ही है। जिहड़ा असीं आ रेहड़ियां बाज़ारां चों खांदे ना, होटलां चों जाके, उत्थे कोई माँ नहीं बैठी भांडा मांजण वाली। माँ नूं फिकर है भी मेरे पुत्तर ने खाना, मैं भांडा साफ करां, झूठा ना रह जाए, ये सर्फ ना लगी रह जाए, ये सुआह ना लगी रह जाए। जिहड़ा उत्थे रेहड़ी वेचदा पिया, जिहड़ा उत्थे होटल विच काम करदा, उहनूं कोई फिकर नहीं है। एक भांडे विच एक ने खाधा, की पता उहनूं किहड़ी बीमारी लगी है, किहड़ा वो नशा करदा, उहनूं माड़ा जिहा पानी विच कढिया, दूजी प्लेट दूजे अगे कर दित्ती। धोतियां झूठ ना उतरै, जे सौ धोवां तिस। बाणी दा बचन धोण दे नाल झूठ नहीं उतरदी, मांजण नाल उतरदी है। पर तुसीं दसो भांडा मांजिया कित्थे जांदा? दूर ना जाइए, विआहां शादियां दे आपां आ लैके आउंदे आ, कैटन लैके आउंदे, बहरे लैके आउंदे, साडे सामने ही भांडे मांजदे ने। ये नहीं भी सानूं भुलेखा कोई, साडे सामने टब विच पानी पाया, उहदे विच घचोल घचोल के बस सामने रख दित्ता। असीं बड़े स्वाद नाल खांदे आ। ये झूठ जिहड़ी है, इस झूठ ने बीमारियां पैदा कीतियां। झूठा भोजन, झूठी थाली में, झूठे भांडियां विच एक दी झूठ दूजे ने खाधी है। महाराज कहन लगे नहीं, सुचमताई रखनी है, झूठा नहीं किसी का खाना। पर कलयुग का समा ही ऐसा बन गया है,
ਲੋਕ ਝੂਠ ਖਾਂਦੇ। ਔਰ ਫਿਰ ਪੰਛੀ ਦਾ ਪਸ਼ੂ ਦਾ ਖਾਣਾ ਉਸੇ ਤਰ੍ਹਾਂ ਦਾ ਹੀ ਹੈ। ਅੱਜ ਤੋਂ 100 ਸਾਲ ਪਹਿਲਾਂ ਜੋ ਪੰਛੀ ਜਾਂ ਪਸ਼ੂ ਭੋਜਨ ਖਾਂਦੇ ਅੱਜ ਵੀ ਉਹੀ ਖਾਂਦੇ। ਪਰ ਮਨੁੱਖ ਦਾ ਭੋਜਨ ਕਿੱਧਰ ਨੂੰ ਚਲੇ ਗਿਆ। ਉਹ ਚੀਜ਼ਾਂ ਜਿਹੜੀਆਂ ਸਰੀਰ ਨੂੰ ਮਾਫਕ ਨਹੀਂ, ਜਿਹੜੀਆਂ ਠੀਕ ਨਹੀਂ। ਜੋ ਕੁਝ ਮਿਲਦਾ ਹੈ ਇਹ ਸਰੀਰ ਨੂੰ ਅਸੀਂ ਸਮਝ ਲਿਆ ਇੱਕ ਡਸਟਬੀਨ, ਕੂੜਾ ਕਰਕਟ ਪਾਉਣ ਵਾਲਾ। ਜੋ ਕੁਝ ਮਿਲਦਾ ਸੁੱਟੀ ਜਾਓ ਅੰਦਰ। ਜਦੋਂ ਗਲਤ ਛਕਾਂਗੇ ਬਿਮਾਰੀ ਲੱਗੇਗੀ। ਲੰਮੀ ਵਿਚਾਰ ਹੈ। ਆਪਾਂ ਇਤਿਹਾਸ ਸਰਵਣ ਕਰੀਏ, ਇਤਿਹਾਸ ਵਿੱਚ ਬਚਨ ਇਹ ਆ ਗਿਆ, ਮਹਾਰਾਜ ਕਹਿਣ ਲੱਗੇ ਸੁੱਚਮ ਦਾ ਭੋਜਨ ਤਿਆਰ ਕਰਨਾ, ਸੁੱਚਮ ਦਾ ਭੋਜਨ ਛਕਣਾ ਸੁੱਚੇ ਭਾਂਡੇ ਵਿੱਚ। ਅਤੇ ਸੁੱਚਮ ਦਾ ਭੋਜਨ ਤਾਂ ਫਿਰ ਪਰਿਵਾਰ ਹੀ ਬਣਾ ਸਕਦਾ, ਪਰਿਵਾਰ ਦਾ ਮੈਂਬਰ ਹੀ ਬਣਾ ਸਕਦਾ, ਪਰਿਵਾਰ ਵਿੱਚ ਬੈਠ ਕੇ ਹੀ ਛਕਿਆ ਜਾ ਸਕਦਾ। ਖਾਧੇ ਦਾ ਕੀ ਲਾਲਚ, ਅਸੀਂ ਖਾਣ ਦਾ ਲਾਲਚ ਕਰ ਲੈਂਦੇ। ਸੁੱਚਮ ਰੱਖਣੀ ਹੈ। ਉੱਠ ਪ੍ਰਾਤਮੈ ਇਸ਼ਨਾਨੋ ਤਨ, ਆਪਣੇ ਸਰੀਰ ਦਾ ਇਸ਼ਨਾਨ ਅੰਮ੍ਰਿਤ ਵੇਲੇ ਕਰਾਉਣਾ ਹੈ। ਇਹ ਦੂਜਾ ਬਚਨ ਹੈ ਕਿ ਅੰਮ੍ਰਿਤ ਵੇਲੇ ਇਸ਼ਨਾਨ ਕੀਤੇ ਬਿਨਾਂ ਨਹੀਂ ਰਹਿਣਾ। ਤਨ ਨੂੰ ਸਾਫ਼ ਰੱਖਣਾ, ਸਰੀਰ ਦਾ ਇਸ਼ਨਾਨ ਕਰਾਉਣਾ। ਵਿਦਵਾਨਾਂ ਨੇ ਲਿਖਿਆ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੈ 1.25 ਮਣ ਸੋਨਾ ਦਾਨ ਕਰਦਾ। ਜਿਹੜਾ ਉਸ ਤੋਂ ਬਾਅਦ ਵਿੱਚ ਇਸ਼ਨਾਨ ਕਰਦਾ ਉਹ 1.25 ਮਣ ਦੁੱਧ ਦਾਨ ਕਰਦਾ। ਜਿਹੜਾ ਉਸ ਤੋਂ ਬਾਅਦ ਵੀ ਇਸ਼ਨਾਨ ਕਰੇਗਾ ਲੇਟ 1.25 ਮਣ ਪਾਣੀ ਦਾਨ ਕਰਦਾ। ਅਤੇ ਜਿਹੜਾ ਦਿਨ ਚੜ੍ਹੇ ਕਰੇਗਾ ਉਹਦਾ ਤਾਂ ਨਹਾਉਣਾ ਹੀ ਹੈ, ਫਲ ਕੋਈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ ਹੈ। ਸ਼ਸਤਰਨ ਤੇ ਸ਼ੂਸ਼ੋ ਨਹੀਂ ਰਹੋ ਰਿਪ ਭੰਗ ਕਰ। ਅਤੇ ਦੂਜਾ ਬਚਨ ਇਹ ਹੈ, ਭਾਵੇਂ ਤੂੰ ਇਸ਼ਨਾਨ ਕਰਦਾ ਹੋਵੇ, ਭਾਵੇਂ ਪ੍ਰਸ਼ਾਦਾ ਛਕਦਾ ਹੋਵੇ, ਭਾਵੇਂ ਸਫ਼ਰ 'ਤੇ ਜਾਂਦਾ ਹੋਵੇ, ਭਾਵੇਂ ਕੰਮ ਕਿਰਤ ਕਰਦਾ ਹੋਵੇ, ਸ਼ਸਤਰ ਤੋਂ ਕਦੇ ਖਾਲੀ ਨਹੀਂ ਰਹਿਣਾ। ਇਹ ਬਚਨ ਮਹਾਰਾਜ ਦਾ। ਇਹ ਸ੍ਰੀ ਸਾਹਿਬ ਅਸੀਂ ਪਾਈ ਹੈ ਨਾ, 5 ਪਿਆਰੇ ਸਾਨੂੰ ਰਹਿਤ ਦੱਸਦੇ। ਉਹ ਦੱਸਦੇ ਨੇ ਬਚਨ ਵੀ ਸ੍ਰੀ ਸਾਹਿਬ ਨੂੰ ਉਤਾਰਨਾ ਨਹੀਂ ਆਪਣੇ ਤਨ ਦੇ ਨਾਲ। ਬੜੀ ਵੱਡੀ ਘਾਟ ਹੈ ਇਹ ਧਰਮ ਦੇ ਵਿੱਚ। ਜਿਹੜੇ ਧਾਰਮਿਕ ਲੋਕ ਨੇ ਨਾ, ਤੁਸੀਂ ਵੇਖੋ ਕਈਆਂ ਬੰਦਿਆਂ ਨੇ 2-2 ਕਿਰਪਾਨਾਂ ਪਾਈਆਂ ਹੁੰਦੀਆਂ। ਇੱਕ ਥੱਲਿਓਂ ਪਾਈ, ਇੱਕ ਉੱਪਰੋਂ ਪਾਈ ਹੈ। ਥੱਲਿਓਂ ਛੋਟੀ ਜਿਹੀ ਪਾਈ ਹੈ, ਉੱਪਰ ਦੀ ਵੱਡੀ ਸਾਰੀ ਪਾਈ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ, ਇਹ ਵੱਡੀ ਮੈਂ ਪਾਈ ਹੈ, ਲੋਕਾਂ ਦੇ ਵਿੱਚ ਆ ਗਿਆ ਵੱਡੀ ਪਾ ਆ। ਜਦੋਂ ਮੈਂ ਘਰੇ ਜਾਵਾਂਗਾ ਵੱਡੀ ਲਾ ਕੇ ਟੰਗ ਦਿਆਂਗਾ ਕਿੱਲੀ 'ਤੇ, ਛੋਟੀ ਮੇਰੇ ਥੱਲਿਓਂ ਬਣੀ ਰਹੇਗੀ। ਜਾਂ ਕੁਝ ਲੋਕ ਛੋਟੀ ਜਿਹੀ ਡੋਰੀ ਵਾਲੀ ਪਾ ਲੈਂਦੇ, ਡੋਰੀ ਬੱਧੀ ਹੈ ਥੱਲਿਓਂ ਪਾਈ ਹੈ, ਉੱਪਰਲੀ ਕਿਰਪਾਨ ਲਾ ਦਿੱਤੀ, ਜਦੋਂ ਬਾਹਰ ਜਾਣਾ ਪਾ ਲਈ। ਇਹ ਦਲਿੱਦਰ ਹੈ, ਇਹ ਮਰਿਆਦਾ ਵਿੱਚ ਢਲਿਆਈ ਹੈ। ਸ੍ਰੀ ਸਾਹਿਬ ਕਦੇ ਆਪਣੇ ਸਰੀਰ ਤੋਂ ਰਾਤ ਨੂੰ ਸੁੱਤਿਆਂ ਵੀ ਦੂਰ ਨਹੀਂ ਕਰਨੀ। ਇਹਨੂੰ ਸਜਾ ਕੇ ਰੱਖਣਾ ਆਪਣੇ ਤਨ ਦੇ ਉੱਪਰ। ਮਹਾਰਾਜ ਕਹਿਣ ਲੱਗੇ ਸ਼ਾਸਤਰਨ ਤੇ ਸ਼ੂਸ਼ੇ ਨਹੀਂ ਰਹੋ, ਸ਼ਸਤਰ ਤੋਂ ਕਦੇ ਖਾਲੀ ਨਹੀਂ ਰਹਿਣਾ। ਅਤੇ ਅਗਲਾ ਬਚਨ ਆ ਪਿਆ ਰਿਪ ਭੰਗ ਕਰ। ਜੇ ਦੁਸ਼ਮਣ ਆ ਕੇ ਹਮਲਾ ਕਰ ਦੇਵੇ ਤਾਂ ਫਿਰ ਦੁਸ਼ਮਣ ਦੇ ਉੱਪਰ ਹਮਲਾ ਕਰ ਦੇਣਾ, ਦੁਸ਼ਮਣ ਨੂੰ ਖਤਮ ਕਰ ਦੇਣਾ ਹੈ। ਇਹ ਬਚਨ ਹਨ। ਕੇਸ ਕੱਛ ਕਰਦ ਗੁਰੂ ਕੀ ਤੀਨ ਮੁਦਰਾ ਇਹ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਤੇਰੇ ਕਕਾਰ ਨੇ ਕੇਸ, ਅਤੇ ਦੂਜਾ ਤੇਰੇ ਕਕਾਰ ਹੈ ਕੱਛ ਕਹੀਏ ਕਸ਼ਹਿਰਾ, ਅਤੇ ਤੀਜਾ ਤੇਰਾ ਕਕਾਰ ਹੈ ਸ੍ਰੀ ਸਾਹਿਬ, ਚੌਥਾ ਕਕਾਰ ਹੈ ਕੜਾ, ਅਤੇ ਇਸੇ ਤਰ੍ਹਾਂ ਪੰਜਵਾਂ ਕਕਾਰ ਹੈ ਕੰਘਾ। ਇਹ ਜਿਹੜੇ 5 ਕਕਾਰ ਤੈਨੂੰ ਗੁਰੂ ਨੇ ਬਖਸ਼ਿਸ਼ ਕੀਤੇ ਹਨ। ਪਾਸ ਤੇ ਨਾ ਦੂਰ ਕਰੋ ਸਦਾ ਅੰਗ ਸੰਗ ਧਰ। ਇਹਨਾਂ 5 ਕਕਾਰਾਂ ਨੂੰ ਕਦੇ ਵੀ ਆਪਣੇ ਸਰੀਰ ਤੋਂ, ਆਪਣੇ ਅੰਗਾਂ ਤੋਂ ਦੂਰ ਨਹੀਂ ਕਰਨਾ। ਸਦਾ ਹੀ ਆਪਣੇ ਅੰਗਾਂ ਦੇ ਨਾਲ ਇਹ ਸ਼ਸਤਰ ਲਾ ਕੇ ਰੱਖਣੇ ਨੇ, ਇਹ ਕਕਾਰ ਲਾ ਕੇ ਰੱਖਣੇ ਨੇ। ਕੰਘਾ ਤੇਰਾ ਕੇਸਾਂ ਵਿੱਚ ਰਵੇ। ਅਤੇ ਤੁਸੀਂ ਵੇਖਿਓ ਕਈਆਂ ਨੇ ਕੰਘਾ ਕਿਰਪਾਨ ਨਾਲ ਬੱਧਾ ਹੁੰਦਾ, ਅਤੇ ਕਈਆਂ ਨੇ ਗਲ ਦੇ ਵਿੱਚ ਖੰਡਾ ਵੀ ਨਾਲ ਹੀ, ਕੰਘਾ ਨਾਲ ਹੀ, ਹੋਰ ਸਾਰਾ ਕੁਝ ਗਲ ਵਿੱਚ ਬੱਧਾ ਹੁੰਦਾ। ਅਤੇ ਕਈਆਂ ਨੇ ਕਿਰਪਾਨ ਦੇ ਨਾਲ ਕੰਘਾ ਬੱਧਾ, ਕੰਘੇ ਨਾਲ ਹੀ ਛੋਟਾ ਜਿਹਾ ਕੜਾ ਬੱਧਾ ਮੁੰਦਰੀ ਵਰਗਾ। ਨਹੀਂ, ਐਸਾ ਬਚਨ ਨਹੀਂ ਹੈ। ਕੰਘਾ ਕੇਸਾਂ ਦੇ ਵਿੱਚ, ਕਿਰਪਾਨ ਗਲ ਦੇ ਵਿੱਚ ਅਤੇ ਕੜਾ ਹੱਥ ਦੇ ਵਿੱਚ। 5 ਕਕਾਰਾਂ ਦਾ ਕਦੇ ਵਸਾ ਨਹੀਂ ਖਾਣਾ, ਕਦੇ ਅੰਗਾਂ ਤੋਂ ਦੂਰ ਨਹੀਂ ਕਰਨਾ। ਜੇ ਕਿਤੇ ਰਾਤ ਨੂੰ ਸੁੱਤਿਆਂ, ਕਿਤੇ ਕੰਮ ਕਾਰ ਕਰਦਿਆਂ ਕੋਈ ਅਚਾਨਕ ਕਕਾਰ ਦੂਰ ਹੋ ਜਾਵੇ, ਅਤੇ ਫਿਰ ਕਕਾਰ ਨੂੰ ਉਸੇ ਵੇਲੇ ਪਾਉਣਾ।
ਜਪਜੀ ਸਾਹਿਬ ਦਾ ਪਾਠ ਕਰਨਾ ਤੇ ਪਾਠ ਕਰਨ ਤੋਂ ਮਗਰੋਂ ਅਰਦਾਸ ਕਰਨੀ ਹੈ। ਜਦੋਂ ਤੁਸੀਂ ਪੰਜਾਂ ਪਿਆਰਿਆਂ ਕੋਲ ਜਾਂਦੇ ਹੋ ਨਾ ਅੰਮ੍ਰਿਤ ਛਕਣ ਵਾਸਤੇ, ਉਹ ਵੀ ਇਹ ਬਚਨ ਕਰਦੇ ਵੀ ਜੇ ਤੁਹਾਡਾ ਕੰਘਾ ਜਾਂ ਕੜਾ ਜਾਂ ਕਿਰਪਾਨ, ਇਹ ਤਿੰਨ ਕਕਾਰ ਤੁਹਾਡੇ ਤੋਂ ਦੂਰ ਹੋ ਜਾਣ, ਕਿਤੇ ਸੁੱਤਿਆਂ ਅਚਨਚੇਤ ਗਲਤੀ ਨਾਲ ਕੋਈ ਡਿੱਗ ਹੀ ਪਵੇ, ਉਸ ਵੇਲੇ ਕਕਾਰ ਉਸੇ ਵੇਲੇ ਹੀ ਪਾ ਲੈਣਾ। ਉਸੇ ਵੇਲੇ ਇਹ ਨਹੀਂ ਸੋਚਣਾ ਵੀ ਅੰਮ੍ਰਿਤ ਭੰਗ ਹੋ ਗਿਆ। ਉਸੇ ਵੇਲੇ ਜਦੋਂ ਪਤਾ ਲੱਗਾ ਕਕਾਰ ਪਾ ਲੈਣਾ, ਜਪਜੀ ਸਾਹਿਬ ਦਾ ਪਾਠ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਨੀ। ਇਹ ਤਿੰਨ ਕਕਾਰਾਂ ਦੀ ਆਪਾਂ ਗੱਲ ਕੀਤੀ ਹੈ। ਚੌਥਾ ਕਕਾਰ ਹੈ ਕਛਹਿਰਾ। ਜੇ ਤੇਰਾ ਕਛਹਿਰਾ ਤੇਰੇ ਤੋਂ ਵਿਸਰ ਜਾਵੇ, ਤੇਰੇ ਤਨ ਤੋਂ ਦੂਰ ਹੋ ਜਾਵੇ, ਤੇ ਫਿਰ ਪੰਜਾਂ ਪਿਆਰਿਆਂ ਦੇ ਸਾਹਮਣੇ ਜਾਣਾ ਪਵੇਗਾ। ਤੇ ਪੰਜ ਪਿਆਰੇ ਸਾਹਿਬਾਨ ਫਿਰ ਪੰਜ ਪਾਠ ਜਪਜੀ ਸਾਹਿਬ ਦੇ ਲਾਉਂਦੇ। ਪੰਜ ਪਾਠ ਲਾ ਕੇ, ਪੰਜ ਪਾਠ ਕਰਕੇ ਫਿਰ ਪੰਜਾਂ ਪਿਆਰਿਆਂ ਤੋਂ ਅਰਦਾਸ ਕਰਾਉਣੀ। ਆਪਣੇ ਇਲਾਕੇ ਵਿੱਚ, ਆਪਣੇ ਮਹੱਲੇ ਵਿੱਚ, ਆਪਣੇ ਗੁਰੂ ਘਰ ਪੰਜ ਸਿੰਘ ਮਿਲ ਜਾਣ, ਉਹਨਾਂ ਦੇ ਕੋਲੋਂ ਅਰਦਾਸ ਪੰਜਾਂ ਦੇ ਕੋਲੋਂ ਕਰਾਉਣੀ ਹੈ। ਜੇ ਕਛਹਿਰਾ ਵਿਸਰਿਆ ਤੇ ਪੰਜ ਪਾਠ ਜਪਜੀ ਸਾਹਿਬ ਦੇ ਕਰਨੇ। ਇਹ ਚੌਥਾ ਕਕਾਰ ਹੈ। ਤੇ ਪੰਜਵਾਂ ਕਕਾਰ ਹੈ ਕੇਸ। ਪਰ ਜੇ ਕੇਸਾਂ ਦੀ ਨਰਾਦਰੀ ਹੋ ਜਾਵੇ, ਕੇਸਾਂ ਦੀ ਬੇਅਦਬੀ ਹੋ ਜਾਵੇ, ਤੇ ਫਿਰ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਪਵੇਗਾ। ਜਿੱਥੋਂ ਅੰਮ੍ਰਿਤ ਛਕਿਆ ਨਾ, ਜਿਨ੍ਹਾਂ ਨੇ ਅੰਮ੍ਰਿਤ ਛਕਾਇਆ, ਫਿਰ ਉਹਨਾਂ ਦੇ ਕੋਲ ਜਾਣਾ ਪਵੇਗਾ। ਫਿਰ ਉਹ ਦੁਬਾਰਾ ਅੰਮ੍ਰਿਤ ਛਕਾਉਣਗੇ। ਕੇਸਾਂ ਦੇ ਨਾਲ ਕਦੇ ਛੇੜਛਾੜ ਨਹੀਂ ਕਰਨੀ। ਅੱਜ ਇੱਕ ਨਵਾਂ ਰਿਵਾਜ ਚੱਲਿਆ, ਨੌਜਵਾਨ ਉਹ ਦਾੜੀ ਕਰਲੰਗ ਕਰਾ ਲੈਂਦੇ, ਹੋਰ ਹੀ ਉਹ ਲਵਾ ਕੇ ਸੇਕ ਜਿਹਾ ਕੁੰਡਲ ਪਵਾ ਲੈਂਦੇ, ਤੇ ਉਹ ਦੱਸਦੇ ਨੇ ਵੀ ਇਹ ਅਸੀਂ ਕ੍ਰੈਤ ਨਹੀਂ ਕੋਈ ਕੀਤੀ, ਸਾਡੇ ਵੇਖੋ ਕੇਸ ਜਿਉਂਦੇ ਤਿਉਂ ਨੇ। ਪਰ ਜੇ ਤੂੰ ਫੈਸ਼ਨ ਨੂੰ ਮੁੱਖ ਰੱਖ ਕੇ ਕਰਲੰਗ ਕੀਤੀ ਹੈ, ਸੇਕ ਲਵਾਇਆ, ਠੱਪੇ ਨੇ, ਕੁਝ ਵੀ ਕੀਤਾ, ਉਹ ਕੇਸਾਂ ਦੀ ਨਰਾਦਰੀ ਹੋ ਗਈ ਹੈ। ਪੰਜ ਪਿਆਰਿਆਂ ਕੋਲ ਜਾਏਗਾ, ਉਹ ਮਾਫ ਨਹੀਂ, ਇਹ ਨਹੀਂ ਕਹਿਣਗੇ ਵੀ ਚਲੋ ਕੋਈ ਗੱਲ ਨਹੀਂ, ਉਹ ਉੱਥੇ ਤੈਨੂੰ ਤਨਖਾਹ ਲਾਉਣਗੇ ਵੀ ਤੂੰ ਗੁਰੂ ਘਰ ਦਾ ਦੇਣਦਾਰ ਹੋ ਗਿਆ। ਜਿਹੜੇ ਧਾਰਮਿਕ ਲੈਣ ਵਿੱਚ ਪੈ ਜਾਣ ਨਾ, ਉਹ ਵੀ ਇਹ ਕੰਮ ਹੀ ਕਰਦੇ। ਕਈ ਰਾਗੀ ਕੀਰਤਨ ਕਰਨ ਵਾਲੇ, ਕਈ ਪਾਠੀ ਪਾਠ ਕਰਨ ਵਾਲੇ, ਵੇਖੋ ਵੇਖੀ ਭੇਡ ਚਾਲ ਬਣੀ ਹੈ, ਫਲਾਣੇ ਨੇ ਕੀਤਾ ਮੈਂ ਵੀ ਕਰ ਲਵਾਂ। ਪਰ ਇਹ ਕਰੈਤ ਹੈ, ਬੱਜਰ ਕਰੈਤ ਇਸ ਨੂੰ ਕਿਹਾ ਜਾਂਦਾ ਹੈ। ਇਹ ਜੀਵਨ ਵਿੱਚ ਢਿੱਲ ਆਉਣ ਦੀ ਗੱਲ ਹੈ। ਕਦੇ ਵੀ ਆਪਦਿਆਂ ਕੇਸਾਂ ਨੂੰ ਠਪਾਉਣਾ ਨਹੀਂ, ਕਦੇ ਇਹਨਾਂ ਨੂੰ ਸੇਕ ਨਹੀਂ ਲਵਾਉਣਾ, ਕਦੇ ਇਹਨਾਂ ਦੇ ਕੁੰਡਲ ਨਹੀਂ ਪਵਾਉਣੇ। ਇਹ ਤੇਰੇ ਕੇਸ ਗੁਰੂ ਦੀ ਮੋਹਰ ਹੈ, ਗੁਰੂ ਦੀ ਮੋਹਰ ਦੀ ਸੰਭਾਲ ਕਰਨੀ ਹੈ, ਪਰ ਕਦੇ ਵੀ ਇਹਨਾਂ ਕੇਸਾਂ ਦੀ ਨਰਾਦਰੀ ਨਹੀਂ ਕਰਨੀ ਹੈ। ਇਹ ਪੰਜ ਕਕਾਰ ਮਹਾਰਾਜ ਨੇ ਬਖਸ਼ੇ ਨੇ। ਪੰਜਾਂ ਦੀ ਵਿਚਾਰ ਆਪਾਂ ਸਰਵਣ ਕੀਤੀ ਹੈ। ਬਾਜੇ ਸੁਰਲੋਕ ਮੈਂ ਦਮਾਮੇ ਗੁਰੂ ਫਤਿਹ ਸੁਣ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਇਸ ਤਰ੍ਹਾਂ ਦੀ ਮਰਿਆਦਾ ਰੱਖੇਗਾ, ਜਦੋਂ ਸਰੀਰ ਛੱਡ ਕੇ ਜਾਵੇਗਾ ਨਾ, ਸਵਰਗਾਂ ਦੇ ਦੇਵਤੇ ਵੀ ਤੇਰਾ ਆਉਣਾ ਸੁਣ ਕੇ ਆਪਣੇ ਵਾਜੇ ਵਜਾਉਣਗੇ, ਖੁਸ਼ੀਆਂ ਦੇ ਨਗਾਰੇ ਵਜਾਉਣਗੇ। ਤੂੰ ਤੇ ਆਖਦਾ ਨਾ ਮੈਨੂੰ ਸਵਰਗ ਮਿਲ ਜਾਵੇ, ਪਦਵੀ ਤੇ ਤੈਨੂੰ ਸੱਚਖੰਡ ਦੀ ਪ੍ਰਾਪਤ ਹੋਵੇਗੀ। ਸਵਰਗਾਂ ਦੇ ਦੇਵਤੇ ਤੇ ਘਰੋਂ ਬਾਹਰ ਆ ਕੇ ਤੇਰਾ ਸਵਾਗਤ ਕਰਨਗੇ, ਤੇਰੀ ਸਵਾਰੀ ਜਾਂਦੀ ਵੇਖ ਕੇ। ਬਸ ਤੂੰ ਇਹਨਾਂ ਬਚਨਾਂ ਤੇ ਪਹਿਰਾ ਦੇਣਾ, ਜਿਹੜੇ ਬਚਨ ਗੁਰੂ ਨੇ ਆਖੇ ਨੇ। ਇਹਨਾਂ ਬਚਨਾਂ ਦੇ ਉੱਪਰ ਪੱਕੇ ਹੋ ਕੇ ਰਹਿਣਾ। ਤੇ ਪਾਤਸ਼ਾਹ ਕਹਿਣ ਲੱਗੇ, ਦੇਵਤੇ ਵੀ ਤੈਨੂੰ ਆ ਕੇ ਨਮਸਕਾਰਾਂ ਕਰਨਗੇ, ਕਿਉਂਕਿ ਮਨੁੱਖਾ ਦੇਹ ਹੈ। ਤੇ ਫਿਰ ਤੂੰ ਕਮਾਈ ਕਰਕੇ ਚੱਲਿਆ। ਬਾਹਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ ਹੁਕਮੈ ਬੁਝ ਸਮਾਵੇਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ। ਪਰ ਇੱਥੇ ਕਿਤੇ ਇਹ ਨਹੀਂ ਲਿਖਿਆ ਵੀ ਦੇਵਤਿਆਂ ਨੂੰ ਮਿਲਣ ਦੀ ਵਾਰੀ ਮਿਲੀ ਹੈ। ਵਾਰੀ ਇਕੱਲੇ ਮਨੁੱਖ ਨੂੰ ਹੀ ਮਿਲੀ ਹੈ ਪ੍ਰਮਾਤਮਾ ਨੂੰ ਮਿਲਣ ਵਾਸਤੇ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ, ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਏ। ਭਜਿਆ ਤੋਂ ਭਾਵ ਹੈ ਸਿਮਰਨ ਕਰਨਾ। ਕਿਤੇ ਇਹ ਨਾ ਸਮਝ ਲਓ ਦੌੜਨ ਵਾਲਾ ਭਜਣਾ। ਅਬ ਨਾ ਭਜਸ, ਜੇ ਤੂੰ ਹੁਣ ਸਿਮਰਨ ਨਹੀਂ ਕੀਤਾ, ਭਜਸ ਕਬ ਭਾਈ, ਫਿਰ ਸਿਮਰਨ ਕਦੋਂ ਕਰੇਗਾ। ਆਵੈ ਅੰਤ, ਜਦੋਂ ਤੇਰਾ ਮੌਤ ਵਾਲਾ ਸਮਾਂ ਆ ਗਿਆ, ਨਾ ਭਜਿਆ ਜਾਈ, ਉਸ ਵੇਲੇ ਤੇਰੇ ਕੋਲੋਂ ਸਿਮਰਿਆ ਨਹੀਂ ਹੋ ਜਾਣਾ। ਇਸ ਕਰਕੇ ਹੁਣੇ ਜਪ, ਜਿੰਨਾ ਜਪ ਸਕਦਾ ਤੇਰਾ ਭਲਾ ਹੋ ਜਾਏਗਾ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਸੱਚਖੰਡ ਨੂੰ ਜਾਵੇਂਗਾ, ਸਵਰਗਾਂ ਦੇ ਦੇਵਤੇ ਵੀ ਤੈਨੂੰ ਜੀ ਆਇਆਂ ਕਹਿਣ ਵਾਸਤੇ ਤੇਰੀ ਸਵਾਰੀ ਜਾਂਦੀ ਵੇਖ ਕੇ ਨਗਾਰੇ ਵਜਾਉਣਗੇ, ਖੁਸ਼ੀ ਮਨਾਉਂਦੇ ਹਨ। ਮੰਗਲ ਕੁਲਾਹਲ ਅਨੇਕ ਬਿਧ ਹੋਈ ਹੈ। ਤੇ ਕਹਿਣ ਲੱਗੇ ਕਈ ਤਰ੍ਹਾਂ ਦੇ ਮੰਗਲ ਹੋਣਗੇ, ਕਈ ਤਰ੍ਹਾਂ ਦੀਆਂ ਖੁਸ਼ੀਆਂ ਹੋਣਗੀਆਂ, ਐਸੀਆਂ ਦਾਤਾਂ ਪ੍ਰਾਪਤ ਹੋਣਗੀਆਂ। ਮਹਾਰਾਜ ਕਿਰਪਾ ਕਰੇ। ਅੱਗੇ ਸਤਿਗੁਰੂ ਕਿਹੜੇ ਕਿਹੜੇ ਬਚਨ ਦੱਸਦੇ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨਾ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ ਸ਼ਾਮ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਗੁਰਦੁਆਰਾ ਅਕਾਲੀ ਦਫ਼ਤਰ ਖਰੜ ਵਿਖੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਜਿਹੜੇ ਸਾਬਕਾ ਜਥੇਦਾਰ ਨੇ, ਉਹ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਪਹੁੰਚ ਰਹੇ ਨੇ। ਕੱਲ੍ਹ ਨੂੰ ਸ਼ਨੀਵਾਰ ਨੂੰ ਸ਼ਾਮ ਤੋਂ 3 ਵਜੇ ਤੋਂ 5 ਵਜੇ ਦਾ ਟਾਈਮ ਹੈ। ਸਥਾਨ ਹੈ ਗੁਰਦੁਆਰਾ ਅਕਾਲੀ ਦਫ਼ਤਰ ਖਰੜ ਵਿਖੇ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ ਉਹਨਾਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ।